ਹਾਂਜੀ ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇੰਗਲਿਸ਼ ਇਲੈਕਟਿਵ +1 ਕਲਾਸ ਦਾ 5ਵਾਂ ਚੈਪਟਰ ਬਿਲਡ ਯੋਰਸੈਲਫ ਫॉर ਲੀਡਰਸ਼ਿਪ ਕੰਟੀਨਿਊ ਕੀਤਾ ਹੋਇਆ ਹੈ। ਤਾਂ ਅੱਜ ਅਸੀਂ ਇਸ ਚੈਪਟਰ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਡਿਸਕਸ ਕਰਾਂਗੇ। ਇਸ ਚੈਪਟਰ ਦੀ ਸੀਰੀਜ਼ ਦਾ ਇਹ ਸਾਡਾ ਦੂਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੰਗਲਿਸ਼ ਇਲੈਕਟਿਵ ਕਲਾਸ +1 ਦੀ ਬੁੱਕ ਨੰਬਰ 3 ਜਿਸ ਦਾ ਨਾਮ ਹੈ ਅ ਬੁੱਕ ਆਫ ਐਸੇਜ਼ ਐਂਡ ਸਟੋਰੀਜ਼, ਤਾਂ ਇਸ ਦੇ ਪਹਿਲੇ 4 ਚੈਪਟਰ ਦ ਰੀਅਲ ਪ੍ਰਿੰਸੈਸ, ਗੁਲੀਵਰ ਇਨ ਲਿਲੀਪੁਟ, ਟੌਮ ਵਾਈਟ ਵਾਸ਼ਿਸ ਅ ਫੈਂਸ ਅਤੇ ਅ ਸਟਰੀਟ ਸੀਨ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ, ਸ਼ਾਰਟ ਆਨਸਰ ਟਾਈਪ ਕੁਐਸਚਨਸ, ਐਕਸਰਸਾਈਜ਼ਸ ਅਤੇ ਐਸੇ ਟਾਈਪ ਕੁਐਸਚਨਸ ਦੇ ਸਾਰੇ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਇਹਨਾਂ ਦੇ ਵਿੱਚੋਂ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਉੱਪਰ ਤੁਹਾਨੂੰ ਕਲਾਸ +1 ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਇਸ ਲਿੰਕ ਦੇ ਉੱਤੇ ਜਾ ਕੇ ਤੁਸੀਂ ਇੰਗਲਿਸ਼ ਇਲੈਕਟਿਵ ਕਲਾਸ +1 ਦਾ ਕੋਈ ਵੀ ਵੀਡੀਓ ਦੇਖ ਸਕਦੇ ਹੋ। ਸਟੂਡੈਂਟਸ, ਇਸ ਚੈਪਟਰ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕੀਤੀ ਹੈ ਅਤੇ ਨਾਲ ਹੀ ਇਸ ਚੈਪਟਰ ਦੇ ਐਂਡ ਦੇ ਵਿੱਚ ਦਿੱਤੇ ਹੋਏ ਜਿੰਨੇ ਵੀ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ ਉਹਨਾਂ ਨੂੰ ਵੀ ਮੈਂ ਨਾਲੋਂ ਨਾਲ ਕਵਰ ਕੀਤਾ ਹੈ। ਤਾਂ ਬੱਚਿਓ, ਮੈਂ ਦੱਸਣਾ ਚਾਹਾਂਗਾ ਕਿ ਇਸ ਚੈਪਟਰ ਦੀ ਐਕਸਪਲੇਨੇਸ਼ਨ ਕਰਾਉਂਦੇ ਹੋਏ ਮੈਂ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਆਸਾਨ ਸ਼ਬਦਾਂ ਦੇ ਵਿੱਚ ਇਸ ਚੈਪਟਰ ਨੂੰ ਕਵਰ ਕੀਤਾ ਹੈ ਅਤੇ ਨਾਲ ਹੀ ਇਸ ਚੈਪਟਰ ਦੇ ਐਂਡ ਦੇ ਵਿੱਚ ਆਏ ਜਿੰਨੇ ਵੀ ਗਲੋਸਰੀ ਦੇ ਟਰਮਸ ਨੇ ਉਹਨਾਂ ਨੂੰ ਮੈਂ ਨਾਲੋਂ ਨਾਲ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ ਐਕਸਪਲੇਨ ਕੀਤਾ ਹੈ। ਜਿਵੇਂ ਕਿ ਬੱਚੇ, ਮੈਂ ਪਹਿਲਾਂ ਹੀ ਦੱਸਿਆ ਹੈ ਕਿ ਇਸ ਚੈਪਟਰ ਦੇ ਐਂਡ ਦੇ ਵਿੱਚ ਸ਼ਾਰਟ ਆਨਸਰ ਟਾਈਪ ਕੁਐਸਚਨਸ ਵੀ ਆਏ ਨੇ ਅਤੇ ਉਹਨਾਂ ਨੂੰ ਮੈਂ ਬਹੁਤ ਹੀ ਸਿੰਪਲ ਸੈਂਟੈਂਸਿਸ ਦੇ ਵਿੱਚ ਤੁਹਾਨੂੰ ਸਮਝਾਇਆ ਹੈ। ਉਮੀਦ ਹੈ ਕਿ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਕਿਸੇ ਕਾਰਨਵਸ਼ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਉੱਪਰ ਇਸ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ ਅਤੇ ਅਪੀਲ ਕਰਾਂਗਾ ਕਿ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ, ਤਾਂ ਹੀ ਫਿਰ ਬੱਚਿਓ ਅੱਜ ਦਾ ਜੋ ਲੌਂਗ ਆਨਸਰ ਟਾਈਪ ਕੁਐਸਚਨ ਹੈ ਉਹ ਚੰਗੀ ਤਰ੍ਹਾਂ ਸਾਨੂੰ ਕਲੀਅਰ ਹੋ ਸਕਦਾ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ। ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ, ਬਿਲਡ ਯੋਰਸੈਲਫ ਫॉर ਲੀਡਰਸ਼ਿਪ ਦਾ ਜੋ ਮੇਨ ਲੌਂਗ ਆਨਸਰ ਟਾਈਪ ਕੁਐਸਚਨ ਬਣਦਾ ਹੈ ਉਹ ਇਸ ਐਸੇ ਦਾ ਥੀਮ ਬਣਦਾ ਹੈ। ਤਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਤਾਂ ਇਸੇ ਨੂੰ ਹੀ ਅਸੀਂ ਡਿਸਕਸ ਕਰਾਂਗੇ। ਤਾਂ ਆਨਸਰ ਸਟਾਰਟ ਕਰਦੇ ਹਾਂ ਜੀ। ਬਿਲਡ ਯੋਰਸੈਲਫ ਫॉर ਲੀਡਰਸ਼ਿਪ ਇਜ਼ ਰਿਟਨ ਬਾਏ ਚਾਰਲਸ ਨਿਊਟਨ। ਤਾਂ ਸਭ ਤੋਂ ਪਹਿਲਾਂ ਅਸੀਂ ਚੈਪਟਰ ਦਾ ਨਾਮ ਲਿਖਣਾ ਹੈ ਜੀ। ਤਾਂ ਨਾਮ ਲਿਖਦੇ ਹੋਏ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਇਸ ਨੂੰ ਸਿੰਗਲ ਕੋਟਸ ਦੇ ਵਿੱਚ ਲਿਖਣਾ ਹੈ ਅਤੇ ਇਸ ਚੈਪਟਰ ਦੇ ਨਾਮ ਦੇ ਵਿੱਚ ਜੋ ਕੈਪੀਟਲ ਲੈਟਰਸ ਆਏ ਨੇ ਉਹਨਾਂ ਦਾ ਧਿਆਨ ਰੱਖਣਾ ਹੈ ਅਤੇ ਸਪੈਲਿੰਗ ਦਾ ਤਾਂ ਧਿਆਨ ਰੱਖਣਾ ਹੀ ਹੈ। ਇਸ ਚੈਪਟਰ ਨੂੰ ਚਾਰਲਸ ਨਿਊਟਨ ਨੇ ਲਿਖਿਆ ਹੋਇਆ ਹੈ ਜੀ, ਤਾਂ ਇਸ ਆਥਰ ਦੇ ਕੈਪੀਟਲ ਲੈਟਰਸ ਦਾ ਵੀ ਖਿਆਲ ਰੱਖਣਾ ਹੈ। ਤਾਂ ਇਹ ਲਾਈਨ ਤੁਸੀਂ ਬੱਚਿਓ 2-4 ਵਾਰੀ ਯਾਦ ਕਰਕੇ ਲਿਖ ਕੇ ਜ਼ਰੂਰ ਪਾ ਲਵੋ ਤਾਂ ਕਿ ਇਸ ਲਾਈਨ ਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ। ਦਿਸ ਚੈਪਟਰ ਡੀਲਸ ਵਿਦ ਦੀ ਕੁਆਲਿਟੀਜ਼ ਆਫ ਲੀਡਰਸ਼ਿਪ। ਹੁਣ ਸਟੂਡੈਂਟਸ, ਅਸੀਂ ਪੂਰੇ ਚੈਪਟਰ ਦੀ ਐਕਸਪਲੇਨੇਸ਼ਨ ਪੜ੍ਹੀ ਹੈ ਤਾਂ ਉਸ ਪੂਰੇ ਚੈਪਟਰ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਇਸ ਚੈਪਟਰ ਦੇ ਵਿੱਚ ਅਗਵਾਈ ਦੇ ਗੁਣਾਂ ਬਾਰੇ ਦੱਸਿਆ ਗਿਆ ਹੈ। ਤਾਂ ਲੀਡਰਸ਼ਿਪ ਦਾ ਮਤਲਬ ਬੱਚਿਓ ਅਗਵਾਈ ਹੁੰਦੀ ਹੈ, ਤਾਂ ਪੂਰਾ ਚੈਪਟਰ ਹੀ ਅਗਵਾਈ ਦੇ ਨਾਲ ਸੰਬੰਧਿਤ ਹੈ। ਇੱਥੇ ਇੱਕ ਬੱਚਿਓ ਫਰੇਜ਼ਲ ਵਰਬ ਆਈ ਹੈ ਡੀਲਸ ਵਿਦ। ਤਾਂ ਡੀਲਸ ਵਿਦ ਦਾ ਮਤਲਬ ਹੁੰਦਾ ਹੈ ਸੰਬੰਧ ਰੱਖਣਾ, ਕਿ ਇਹ ਪਾਠ ਅਗਵਾਈ ਦੇ ਗੁਣਾਂ ਦੇ ਨਾਲ ਸੰਬੰਧ ਰੱਖਦਾ ਹੈ। ਦੇਅਰ ਆਰ 2 kinds of people in the world। ਚੈਪਟਰ ਦੇ ਬਿਲਕੁਲ ਸ਼ੁਰੂ ਦੇ ਵਿੱਚ ਹੀ ਪਹਿਲੀ ਲਾਈਨ ਦੇ ਵਿੱਚ ਆਥਰ ਸਾਨੂੰ ਇਹ ਦੱਸਦੇ ਨੇ ਕਿ ਸੰਸਾਰ ਦੇ ਵਿੱਚ 2 ਤਰ੍ਹਾਂ ਦੇ ਇਨਸਾਨ ਹੁੰਦੇ ਨੇ। 2 kinds of people। ਦੇਅਰ ਆਰ ਦੋਜ਼ ਹੂ ਲੀਡ ਐਂਡ ਦੋਜ਼ ਹੂ ਫੋਲੋ। ਫਿਰ ਉਹਦਾ ਉਹ ਆਨਸਰ ਵੀ ਸਾਨੂੰ ਦੱਸਦੇ ਨੇ ਦੂਸਰੀ ਲਾਈਨ 'ਚ
ਕਿ ਇਹ ਕਿਹੜੇ-ਕਿਹੜੇ ਨੇ। ਇੱਕ ਤਾਂ ਉਹ ਹੂ ਲੀਡ, ਜੋ ਅਗਵਾਈ ਕਰਦੇ ਨੇ। ਲੀਡ ਦਾ ਮਤਲਬ ਉਹੀ ਅਗਵਾਈ ਕਰਨਾ। ਤਾਂ ਬੱਚਿਓ ਇੱਥੇ ਜਿਹੜੀ ਲੀਡ ਵਰਬ ਹੈ ਇਹ ਐਜ਼ ਅ ਵਰਬ ਯੂਜ਼ ਹੋਈ ਹੈ। ਉੱਪਰ ਜਿਹੜੀ ਲੀਡਰਸ਼ਿਪ ਸੀ ਇਟ ਵਾਜ਼ ਅ ਨਾਊਨ। ਅਤੇ ਦੂਸਰੇ ਉਹ ਜਿਹੜੇ ਫੋਲੋ ਕਰਦੇ ਨੇ। ਨਾ ਫੋਲੋ ਦਾ ਮਤਲਬ ਕਿਸੇ ਦਾ ਪਿੱਛਾ ਕਰਨਾ, ਫੋਲੋ ਦਾ ਮਤਲਬ ਇਹ ਵਰਬ ਹੈ ਜੀ, ਇੱਥੇ ਵੀ ਯੂਜ਼ ਹੋਈ ਹੈ। ਤਾਂ ਦੋ ਤਰ੍ਹਾਂ ਦੇ ਇਨਸਾਨ ਨੇ ਜੀ, ਇੱਕ ਤਾਂ ਉਹ ਜੋ ਲੀਡਰ ਹੁੰਦੇ ਨੇ ਜਾਂ ਦੂਸਰੇ ਜੋ ਫੋਲੋਅਰਸ ਹੁੰਦੇ ਨੇ। ਅ ਲੀਡਰ ਮਸਟ ਬੀ ਅ ਮੈਨ ਆਫ ਕਰੇਜ। ਇੱਕ ਲੀਡਰ ਦੇ ਵਿੱਚ ਸਭ ਤੋਂ ਵੱਡਾ ਗੁਣ ਜਿਹੜਾ ਹੋਣਾ ਚਾਹੀਦਾ ਹੈ ਉਹ ਹੈ ਕਿ ਉਸ ਦੇ ਵਿੱਚ ਹੌਸਲਾ ਹੋਣਾ ਚਾਹੀਦਾ ਹੈ। ਬਿਨਾਂ ਹੌਸਲੇ ਤੋਂ ਕੋਈ ਵੀ ਬੰਦਾ ਮਹਾਨ ਨੇਤਾ ਨਹੀਂ ਬਣ ਸਕਦਾ। ਤਾਂ ਕਰੇਜ ਦਾ ਮਤਲਬ ਹੁੰਦਾ ਹੈ ਜੀ ਹੌਸਲਾ। ਤਾਂ ਆਥਰ ਸਾਨੂੰ ਕਈ ਮਹਾਨ ਇਨਸਾਨਾਂ ਦੀ ਐਗਜ਼ਾਮਪਲ ਵੀ ਦਿੰਦਾ ਹੈ। ਇਸ ਚੈਪਟਰ ਦੇ ਵਿੱਚ ਉਸਨੇ ਜੂਲੀਅਸ ਸੀਜ਼ਰ ਦਾ ਵੀ ਜ਼ਿਕਰ ਕੀਤਾ ਹੈ, ਸ਼ੁਰੂ ਦੇ ਵਿੱਚ ਹੀ ਮਹਾਤਮਾ ਗਾਂਧੀ ਦਾ ਜ਼ਿਕਰ ਕੀਤਾ ਹੈ, ਨੈਪੋਲੀਅਨ ਬੋਨਾਪਾਰਟੇ ਦਾ ਜ਼ਿਕਰ ਕੀਤਾ ਹੈ ਅਤੇ ਅਲੈਗਜ਼ੈਂਡਰ ਦਾ ਗ੍ਰੇਟ ਇਸ ਦਾ ਵੀ ਜ਼ਿਕਰ ਕੀਤਾ। ਤਾਂ ਇਹ ਚਾਰੇ ਜਿਹੜੇ ਇਨਸਾਨ ਹੋਏ ਬੱਚਿਓ, ਇਹ ਮਹਾਨ ਲੀਡਰ ਇਸ ਕਰਕੇ ਹੋਏ ਨੇ ਕਿਉਂਕਿ ਇਹ ਕਰੇਜੀਅਸ ਸੀਗੇ, ਇਹ ਹੌਸਲਾ ਰੱਖਦੇ ਸੀ। ਹੀ ਸ਼ੁੱਡ ਨਾਟ ਬੀ ਟਿਮਿਡ। ਤਾਂ ਟਿਮਿਡ ਦਾ ਮਤਲਬ ਹੁੰਦਾ ਬੱਚਿਓ ਡਰਪੋਕ। ਤਾਂ ਡਰਪੋਕ ਨਹੀਂ ਹੋਣਾ ਚਾਹੀਦਾ ਜੀ ਲੀਡਰ ਨੂੰ। ਇੱਕ ਡਰਪੋਕ ਇਨਸਾਨ ਲੀਡਰ ਕਦੇ ਨਹੀਂ ਬਣ ਸਕਦਾ। ਹੀ ਸ਼ੁੱਡ ਬੀ ਏਬਲ ਟੂ ਟੇਕ ਕੁਇਕ ਡਿਸੀਜ਼ਨਸ। ਉਹ ਫਟਾਫਟ ਫੈਸਲੇ ਲੈਣ ਦੇ ਏਬਲ ਵੀ ਹੋਣਾ ਚਾਹੀਦਾ। ਸ਼ੁੱਡ ਬੀ ਏਬਲ, ਉਹ ਇਹ ਯੋਗ ਹੋਣਾ ਚਾਹੀਦਾ ਹੈ। ਏਬਲ ਦਾ ਮਤਲਬ ਇੱਥੇ ਹੁੰਦਾ ਜੀ ਯੋਗ ਹੋਣਾ। ਉਹ ਇਸ ਗੱਲ ਦੇ ਯੋਗ ਹੋਵੇ ਕਿ ਉਹ ਫਟਾਫਟ ਡਿਸੀਜ਼ਨ ਲੈ ਸਕੇ। ਡਿਸੀਜ਼ਨ ਦਾ ਮਤਲਬ ਫੈਸਲੇ ਲੈ ਸਕੇ। ਹੁਣ ਇੱਕ ਲੀਡਰ ਵਧੀਆ ਉਦੋਂ ਨਹੀਂ ਹੋ ਸਕਦਾ ਜਦੋਂ ਉਹ ਡਿਸੀਜ਼ਨ ਲੈਣ ਦੇ ਵਿੱਚ ਟਾਈਮ ਲਗਾਉਂਦਾ ਹੈ। ਜਿਵੇਂ ਸਪੌਟ ਡਿਸੀਜ਼ਨ ਦੀ ਗੱਲ ਹੋਈ ਹੈ ਚੈਪਟਰ ਦੇ ਵਿੱਚ ਕਿ ਇੱਕ ਚੰਗੇ ਲੀਡਰ ਨੂੰ ਸਪੌਟ ਡਿਸੀਜ਼ਨ ਲੈਣਾ ਬੜਾ ਜ਼ਰੂਰੀ ਹੁੰਦਾ ਹੈ। ਤਾਂ ਸਪੌਟ ਡਿਸੀਜ਼ਨ ਦਾ ਮਤਲਬ ਹੁੰਦਾ ਬੱਚਿਓ ਮੌਕੇ ਤੇ ਫੈਸਲਾ ਲੈਣਾ, ਉਸ ਨੂੰ ਸਪੌਟ ਡਿਸੀਜ਼ਨ ਕਹਿੰਦੇ ਆ। ਤਾਂ ਸਪੌਟ ਡਿਸੀਜ਼ਨ ਇੱਕ ਲੀਡਰ ਦੀ ਬਹੁਤ ਵੱਡੀ ਕੁਆਲਿਟੀ ਹੈ। ਓਨਲੀ ਅ ਸਟਰੋਂਗ ਮੈਨ ਹੈਜ਼ ਦਾ ਕਰੇਜ ਟੂ ਸਟੈਂਡ ਅਲੋਨ। ਤਾਂ ਇੱਕ ਸੈਂਟੈਂਸ ਵੀ ਆਇਆ ਸੀ ਚੈਪਟਰ ਦੇ ਵਿੱਚ, ਉਹ ਸੈਂਟੈਂਸ ਸੀ ਦਾ ਸਟਰੋਂਗੈਸਟ ਮੈਨ ਇਨ ਦਾ ਵਰਲਡ ਇਜ਼ ਹੀ ਹੂ ਸਟੈਂਡਸ ਮੋਸਟ ਅਲੋਨ। ਇਬਸਨ ਦਾ ਲਿਖਿਆ ਹੋਇਆ ਵਾਕ ਹੈ ਜੀ ਇਹ। ਤਾਂ ਉਹਦਾ ਮਤਲਬ ਇਹੀ ਹੈ ਕਿ ਇੱਕ ਜਿਹੜਾ ਤਾਕਤਵਰ ਇਨਸਾਨ ਹੁੰਦਾ ਹੈ ਉਸੇ 'ਚ ਹੀ ਹੌਸਲਾ ਹੁੰਦਾ ਹੈ ਕਿ ਉਹ ਇਕੱਲਾ ਖੜਾ ਰਹੇ, ਉਹ ਇਕੱਲਾ ਡਿਸੀਜ਼ਨ ਲਵੇ, ਵਧੀਆ ਡਿਸੀਜ਼ਨ ਲਵੇ ਅਤੇ ਉਸ ਡਿਸੀਜ਼ਨ ਤੇ ਕਾਇਮ ਰਹੇ, ਚਾਹੇ ਉਸ ਦਾ ਕੋਈ ਸਾਥ ਦਵੇ ਚਾਹੇ ਨਾ ਦਵੇ, ਚਾਹੇ ਸੰਸਾਰ 'ਚ ਉਹ ਇਕੱਲਾ ਹੀ ਰਹਿ ਜੇ। ਟਿਮਿਡਿਟੀ ਮੇਕਸ ਅਸ ਕਮਿਟ ਬਲੰਡਰਸ। ਨਾਓ ਟਿਮਿਡਿਟੀ ਸ਼ਬਦ ਬੱਚਿਓ ਇਹਦਾ ਮਤਲਬ ਹੁੰਦਾ ਡਰਪੋਕਤਾ। ਦੇਖੋ ਬੱਚਿਓ ਜਿਹੜਾ ਟਿਮਿਡਿਟੀ ਵਰਡ ਹੈ ਇਟਸ ਅ ਨਾਊਨ। ਟਿਮਿਡਿਟੀ ਨਾਊਨ ਹੈ, ਲੇਕਿਨ ਜਿਹੜਾ ਉੱਪਰ ਸ਼ਬਦ ਟਿਮਿਡ ਆਇਆ ਸੀ ਬੱਚਿਓ ਇਹ ਸੀ ਡਰਪੋਕ, ਇਟ ਵਾਜ਼ ਐਨ ਐਡਜੈਕਟਿਵ। ਤਾਂ ਇਹ ਵਿਸ਼ੇਸ਼ਣ ਸੀਗਾ ਜੀ। ਤਾਂ ਜਿਹੜੀ ਡਰਪੋਕਤਾ ਹੈ ਬੱਚਿਓ ਸਾਡੇ ਤੋਂ ਭਾਰੀ ਗਲਤੀਆਂ ਕਰਵਾਉਂਦੀ ਹੈ ਨਾ। ਬਲੰਡਰਸ ਦਾ ਮਤਲਬ ਹੁੰਦਾ ਬੱਚਿਓ ਬਿਗ ਮਿਸਟੇਕਸ। ਪਰ ਇੱਕ ਤਾਂ ਬੱਚਿਓ ਮਿਸਟੇਕ ਹੁੰਦੀ ਹੈ ਨਾ ਜਿਹੜੀ ਛੋਟੀ ਜਿਹੀ ਮਿਸਟੇਕ ਹੁੰਦੀ ਹੈ ਜਿਹਦੇ ਨਤੀਜੇ ਇੰਨੇ ਬਹੁਤੇ ਖਰਾਬ ਨਹੀਂ ਹੁੰਦੇ, ਲੇਕਿਨ ਜਿਹੜੀਆਂ ਬਲੰਡਰਸ ਹੁੰਦੀਆਂ ਨੇ ਤਾਂ ਵੱਡੀਆਂ ਭਾਰੀਆਂ ਗਲਤੀਆਂ ਹੁੰਦੀਆਂ ਨੇ ਤੇ ਇਹਦੇ ਜਿਹੜੇ ਨਤੀਜੇ ਹੁੰਦੇ ਨੇ ਬੜੇ ਹੀ ਮਾਰੂ ਹੁੰਦੇ ਨੇ। ਤਾਂ ਡਰਪੋਕਤਾ ਤਾਂ ਸਾਡੇ ਤੋਂ ਇੱਦਾਂ ਦੀਆਂ ਗਲਤੀਆਂ ਕਰਵਾਉਂਦੀ ਹੈ। ਤੇ ਇੱਕ ਬੱਚਿਓ ਹੋਰ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਗਲਤੀ ਕਰਨ ਵਾਲਾ ਫਰੇਜ਼ ਇੰਗਲਿਸ਼ ਦੇ ਵਿੱਚ ਯੂਜ਼ ਕਰਨਾ ਹੈ ਤਾਂ ਤੁਹਾਨੂੰ ਹਮੇਸ਼ਾ ਕਮਿਟ ਬਲੰਡਰ ਇਹ ਫਰੇਜ਼ ਪਾਣਾ ਪਏਗਾ। ਮੇਕ ਮਿਸਟੇਕ ਹੋ ਸਕਦਾ ਹੈ, ਤਾਂ ਕਮਿਟ ਬਲੰਡਰ ਦਾ ਮਤਲਬ ਹੁੰਦਾ ਬੱਚਿਓ ਭਾਰੀ ਗਲਤੀ ਕਰਨਾ। ਅੱਛਾ, ਇਸ ਚੈਪਟਰ ਦੇ ਵਿੱਚ ਬੱਚਿਓ ਇਹ ਵੀ ਆਇਆ ਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਗਰੁੱਪ 'ਚ ਬੈਠੇ ਹੁੰਦੇ ਹਾਂ, ਅਸੀਂ ਆਪਣੀ ਇਗਨੋਰੈਂਸ ਜਾਂ ਅਗਿਆਨਤਾ ਜ਼ਾਹਿਰ ਕਰ ਦਿੰਦੇ ਹਾਂ। ਆਪਾਂ ਨੂੰ ਗਰੁੱਪ ਦੇ ਵਿੱਚ ਜਿਹੜੀ ਡਿਸਕਸ਼ਨ ਚੱਲ ਰਹੀ ਹੁੰਦੀ ਆ ਉਸ ਦੇ ਬਾਰੇ ਪਤਾ ਤਾਂ ਹੁੰਦਾ ਨਹੀਂ, ਲੇਕਿਨ ਸਿਰਫ ਅਸੀਂ ਉਸ ਗਰੁੱਪ ਦੇ ਵਿੱਚ ਕਿ ਸਾਡੀ ਸ਼ਮੂਲੀਅਤ ਹੋਵੇ, ਸਾਨੂੰ ਇਹ ਨਾ ਕਿਹਾ ਜਾਵੇ ਤਾਂ ਬੁੱਧੂ ਹੈ, ਅਸੀਂ ਚੁੱਪ ਨਾ ਬੈਠੇ ਰਹੀਏ। ਤਾਂ ਅਸੀਂ ਗਰੁੱਪ ਦੇ ਵਿੱਚ ਉਹ ਜਿਹੜੀ ਡਿਸਕਸ਼ਨ ਚੱਲ ਰਹੀ ਹੁੰਦੀ ਆ ਉਸ ਦੇ ਵਿੱਚ ਪਾਰਟਿਸਿਪੇਟ ਕਰਨ ਦੀ ਜਾਣਬੁੱਝ ਕੇ ਕੋਸ਼ਿਸ਼ ਕਰਦੇ ਹਾਂ, ਹਾਲਾਂਕਿ ਉਸ ਗਰੁੱਪ ਦੇ ਵਿੱਚ ਜਿਹੜੀ ਡਿਸਕਸ਼ਨ ਚੱਲ ਰਹੀ ਹੁੰਦੀ ਆ ਉਸ ਦੇ ਬਾਰੇ ਸਾਨੂੰ ਪਤਾ ਕੁਝ ਨਹੀਂ ਹੁੰਦਾ। ਤੇ ਫਿਰ ਹੁੰਦਾ ਕੀ ਹੈ, ਅਸੀਂ ਆਪਣੀ ਮੂਰਖਤਾ ਸਟੂਪਿਡਿਟੀ ਸ਼ੋਅ ਕਰ ਦਿੰਦੇ ਹਾਂ। ਤਾਂ ਬਿਲਕੁਲ ਅਜਿਹੀ ਇੱਕ ਐਗਜ਼ਾਮਪਲ ਆਥਰ ਨੇ ਇਸ ਚੈਪਟਰ ਦੇ ਵਿੱਚ ਲਈ ਹੈ ਜੀ। ਤਾਂ ਕੀ ਹੁੰਦਾ ਜੀ ਕਿ ਵੰਸ ਇੱਕ ਵਾਰੀ ਇੱਕ ਖੂਬਸੂਰਤ ਔਰਤ ਵਿੰਸਟਨ ਚਰਚਿਲ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦੀ ਹੈ। ਇੰਪ੍ਰੈਸ ਦਾ ਮਤਲਬ ਹੁੰਦਾ ਜੀ ਪ੍ਰਭਾਵਿਤ ਕਰਨਾ। ਕਿਵੇਂ? ਵਿਦ ਹਰ ਇੰਟੈਲੀਜੈਂਸ, ਆਪਣੀ ਇੰਟੈਲੀਜੈਂਸ ਦੇ ਨਾਲ, ਆਪਣੀ ਅਕਲ ਦੇ ਨਾਲ ਕਿ ਮੈਨੂੰ ਤਾਂ ਬੜੀ ਨੌਲੇਜ ਹੈ, ਉਸ ਦੇ ਨਾਲ ਉਹ ਵਿੰਸਟਨ ਚਰਚਿਲ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਹ ਵਿੰਸਟਨ ਚਰਚਿਲ ਦੇ ਬਿਲਕੁਲ ਨਾਲ ਵਾਲੀ ਸੀਟ ਤੇ ਬੈਠੀ ਹੁੰਦੀ ਹੈ ਕਿਸੇ ਪਾਰਟੀ ਦੇ ਵਿੱਚ। ਤਾਂ ਸਾਨੂੰ ਬੱਚੇ ਇਹ ਵੀ ਪਤਾ ਹੋਣਾ ਚਾਹੀਦਾ ਕਿ ਵਿੰਸਟਨ ਚਰਚਿਲ ਕੌਣ ਸੀਗੇ? ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਹੋਏ ਨੇ ਜੀ ਇਹ। ਨਾਓ ਚਰਚਿਲ ਵਾਜ਼ ਅ ਵੈਰੀ ਵਾਈਜ਼ ਐਂਡ ਲਰਨਡ ਮੈਨ। ਤਾਂ ਚਰਚਿਲ ਤਾਂ ਇੱਕ ਬਹੁਤ ਹੀ ਸਿਆਣੇ ਅਤੇ ਨੌਲੇਜ ਵਾਲੇ ਇਨਸਾਨ ਸੀਗੇ, ਗਿਆਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੌਲੇਜ ਸੀਗੀ, ਲਰਨਡ ਪਰਸਨ ਸੀਗੇ ਉਹ। ਤਾਂ ਉਹ ਔਰਤ ਕੀ ਕਰਦੀ ਹੈ, ਤਾਂ ਉਹ ਵਿੰਸਟਨ ਚਰਚਿਲ ਦੇ ਨਾਲ ਬੁੱਕਸ ਦੀ ਡਿਸਕਸ਼ਨ ਸ਼ੁਰੂ ਕਰ ਲੈਂਦੀ ਹੈ, ਹਾਲਾਂਕਿ ਉਸ ਲੇਡੀ ਨੂੰ ਬੁੱਕਸ ਦੇ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ। ਤਾਂ ਜਦੋਂ ਬੁੱਕਸ ਦੀ ਡਿਸਕਸ਼ਨ ਚੱਲ ਪੈਂਦੀ ਹੈ ਤਾਂ he asked her if she had read Scott's Emulsion। ਤਾਂ ਹੁਣ ਇੱਥੇ
ਵਿੰਸਟਨ ਚਰਚਲ, ਇੱਥੇ ਹੀ ਦਾ ਮਤਲਬ ਹੈ ਜੀ ਵਿੰਸਟਨ ਚਰਚਲ, ਉਹ ਉਸ ਔਰਤ ਨੂੰ ਪੁੱਛਦੇ ਨੇ ਕਿ ਕੀ ਤੂੰ ਸਕਾਟ ਦੀ ਇਮਲਸ਼ਨ ਬੁੱਕ ਪੜ੍ਹੀ ਹੈ। ਤਾਂ ਇੱਥੇ ਸਕਾਟ ਕੌਣ ਨੇ? ਤਾਂ ਸਕਾਟ ਨੇ ਜੀ ਸਾਡੇ ਸਰ ਵਾਲਟਰ ਸਕੌਟ। ਤਾਂ ਇਹਨਾਂ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਨੇ। ਉਹ ਕੁਐਸਚਨ ਉਸ ਨੂੰ ਕਰਦੇ ਨੇ ਕਿ ਕੀ ਤੂੰ ਸਰ ਵਾਲਟਰ ਸਕੌਟ ਦੀ ਇਮਲਸ਼ਨ ਪੜ੍ਹੀ ਹੈ। ਦਾ ਵੂਮਨ ਸੈਡ ਇਟ ਵਾਸ ਦਾ ਬੈਸਟ ਵਰਕ ਬਾਏ ਸਕਾਟ। ਤਾਂ ਹੁਣ ਉਹ ਔਰਤ ਕਹਿੰਦੀ ਹੈ ਕਿ ਇਹ ਜਿਹੜੀ ਬੁੱਕ ਹੈ, ਇਟ ਦਾ ਮਤਲਬ ਇਮਲਸ਼ਨ, ਕਿ ਜਿਹੜੀ ਇਮਲਸ਼ਨ ਬੁੱਕ ਹੈ ਇਹ ਸਕਾਟ ਦਾ ਸਭ ਤੋਂ ਵਧੀਆ ਕੰਮ ਹੈ, ਮਤਲਬ ਉਹਨਾਂ ਦੀ ਸਭ ਤੋਂ ਵਧੀਆ ਬੁੱਕ ਹੈ। ਜੋ ਉਹਨਾਂ ਨੇ ਬੁੱਕਸ ਲਿਖੀਆਂ ਨੇ ਉਹਨਾਂ 'ਚੋਂ ਸਭ ਤੋਂ ਵਧੀਆ ਹੈ। ਐਕਚੁਅਲੀ ਦੇਅਰ ਇਜ਼ ਨੋ ਸੱਚ ਬੁੱਕ ਬਾਏ ਸਕਾਟ। ਅਸਲ 'ਚ ਗੱਲ ਕੀ ਹੈ ਕਿ ਐਦਾਂ ਦੀ ਕੋਈ ਵੀ ਬੁੱਕ ਸਕਾਟ ਨੇ ਨਹੀਂ ਲਿਖੀ। ਸਰ ਵਾਲਟਰ ਸਕੌਟ ਨੇ ਇਮਲਸ਼ਨ ਵਾਲੀ ਬੁੱਕ ਨਹੀਂ ਲਿਖੀ। ਹੋਰ ਬਹੁਤ ਸਾਰੀਆਂ ਬੁੱਕਸ ਲਿਖੀਆਂ ਨੇ ਉਹਨਾਂ ਨੇ, ਨੋਵਲਸ ਲਿਖੇ ਹੈ, ਪੋਇਮਸ ਵੀ ਲਿਖੀਆਂ। ਤਾਂ ਬੱਚਿਓ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਹਾਡੇ ਸਿਲੇਬਸ ਦੇ ਵਿੱਚ ਵੀ ਸਰ ਵਾਲਟਰ ਸਕੌਟ ਦੀ ਇੱਕ ਬਹੁਤ ਹੀ ਵਧੀਆ ਪੋਇਮ ਹੈ, ਉਸਦਾ ਨਾਮ ਹੈ ਮਾਈ ਨੇਟਿਵ ਲੈਂਡ। ਇਹ ਆਪਾਂ ਨੂੰ ਪਹਿਲੀ ਤਿਮਾਹੀ ਦੇ ਵਿੱਚ ਸੀ ਜੀ, ਤੇ ਮੈਂ ਆਲਰੇਡੀ ਇਸ ਪੋਇਮ ਦੀ ਕੰਪਰੀਹੈਂਸਿਵ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਕਰਵਾਈ ਹੈ, ਤੇ ਇਸ ਦਾ ਸੈਂਟਰਲ ਆਈਡੀਆ ਵੀ ਬੱਚਿਓ ਕਰਾਇਆ ਹੈ, ਤੇ ਇਸ ਦੇ ਕੰਟੈਕਸਟ ਵਿਦ ਐਕਸਪਲੇਨੇਸ਼ਨ ਦੇ ਵੀਡੀਓਜ਼ ਵੀ ਮੈਂ ਬਣਾਏ ਨੇ। ਤਾਂ ਮੈਂ ਸਾਰੇ ਵੀਡੀਓਜ਼ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ। ਜੇਕਰ ਤੁਸੀਂ ਇਹ ਵੀਡੀਓਜ਼ ਮਿਸ ਕੀਤੇ ਨੇ ਤਾਂ ਮੈਂ ਸਕਰੀਨ ਦੇ ਉੱਪਰ ਤੁਹਾਨੂੰ ਇਸ ਪੋਇਮ ਦੇ ਲਿੰਕਸ ਭੇਜ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਸਰ ਵਾਲਟਰ ਸਕੌਟ ਦੀ ਇਹ ਵਾਲੀ ਪੋਇਮ ਪੜ੍ਹ ਸਕਦੇ ਹੋ। Thus the woman proved herself stupid। ਇਸ ਗੱਲ ਦੇ ਨਾਲ ਹੋਇਆ ਕਿ ਉਸ ਔਰਤ ਨੇ ਆਪਣੇ ਆਪ ਨੂੰ ਸਟੂਪਿਡ ਪ੍ਰੂਵ ਕਰਤਾ ਕਿ ਮੈਂ ਮੂਰਖ ਹੈ, ਕਿਉਂਕਿ ਉਸਨੂੰ ਪਤਾ ਤਾਂ ਹੈ ਨਹੀਂ ਸੀ। ਉਸਨੇ ਬੁੱਕਸ ਦੀ ਡਿਸਕਸ਼ਨ ਸ਼ੁਰੂ ਕਰ ਲਈ, ਇਮਲਸ਼ਨ ਬੁੱਕ ਬਾਰੇ ਉਹਨੂੰ ਪਤਾ ਹੀ ਨਹੀਂ। ਜਸਟ ਉਹ ਹਾਂ 'ਚ ਹਾਂ ਮਿਲਾ ਕੇ ਉਸਨੇ ਆਨਸਰ ਦੇਤਾ ਤੇ ਉੱਥੋਂ ਪਤਾ ਲੱਗ ਗਿਆ ਕਿ ਉਹ ਲੜਕੀ ਕਿੰਨੀ ਮੂਰਖ ਸੀ। ਸਟੂਪਿਡ ਦਾ ਮਤਲਬ ਮੂਰਖ। ਇੰਡੀਅਨ ਲੀਡਰਸ ਆਰ ਟਿਮਿਡ ਬਾਈ ਨੇਚਰ। ਕਹਿੰਦੇ ਜਿਹੜੇ ਸਾਡੇ ਭਾਰਤੀ ਲੀਡਰਸ ਨੇ, ਭਾਰਤੀ ਨੇਤਾ ਲੋਕ ਨੇ, ਉਹ ਬਾਈ ਨੇਚਰ ਦਾ ਮਤਲਬ ਸੁਭਾਅ ਤੋਂ ਕੀ ਨੇ, ਉਹ ਡਰਪੋਕ ਨੇ। ਡਰਪੋਕ ਦਾ ਮਤਲਬ ਇਹ ਹੈ ਕਿ ਉਹ ਫੈਸਲੇ ਨਹੀਂ ਲੈ ਸਕਦੇ, ਸਪੌਟ ਡਿਸੀਜਨਸ ਨਹੀਂ ਲੈ ਸਕਦੇ, ਫੈਸਲੇ ਲੈਣ ਤੋਂ ਕਤਰਾਉਂਦੇ ਨੇ। ਦੇ ਡੋਂਟ ਹੈਵ ਦੀ ਕੁਆਲਿਟੀਜ਼ ਆਫ ਲੀਡਰਸ਼ਿਪ। ਤਾਂ ਉਹਨਾਂ ਦੇ ਅੰਦਰ ਨਾ ਲੀਡਰਸ਼ਿਪ ਦੀ ਕੁਆਲਿਟੀਜ਼ ਦੀ ਕਮੀ ਹੈ। ਅ ਟਾਈਕੂਨ ਇਜ਼ ਸਕਸੈਸਫੁਲ ਬਿਕੋਜ਼ ਹੀ ਕੈਨ ਟੇਕ ਕੁਇਕ ਡਿਸੀਜ਼ਨ। ਤੁਹਾਨੂੰ ਯਾਦ ਹੋਣਾ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਹੈ ਕਿ ਇੱਕ ਜਰਨਲਿਸਟ ਹੋਈ ਹੈ ਸ਼ੀਲਾ ਕਲਾਊਡ, ਤਾਂ ਉਸਨੇ ਵੀਕਲੀ ਸਕਾਟਸਮੈਨ ਮੈਗਜ਼ੀਨ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀ, ਜਿਸ ਦੇ ਵਿੱਚ ਉਸਨੇ ਦੱਸਿਆ ਸੀ ਕਿ ਮੈਨੂੰ ਬਹੁਤ ਸਾਰੇ ਬਿਜ਼ਨਸਮੈਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਮੈਂ ਉਹਨਾਂ ਨੂੰ ਕੋਲੋਂ ਦੀ ਜਾ ਕੇ ਜਾਣਿਆ ਤੇ ਮੈਨੂੰ ਉਹਨਾਂ ਦੀਆਂ ਕੁਆਲਿਟੀਜ਼ ਦਾ ਪਤਾ ਲੱਗਿਆ। ਤਾਂ ਆ ਜਿਹੜੀਆਂ ਹੁਣ 3-4 ਲਾਈਨਸ ਆ ਰਹੀਆਂ ਨੇ, ਇਹ ਜਿਹੜੇ ਸਕਸੈਸਫੁਲ ਪਰਸਨਸ ਹੋਏ ਨੇ, ਖਾਸ ਤੌਰ ਤੇ ਜਿਹੜੇ ਵਧੀਆ ਬਿਜ਼ਨਸਮੈਨ ਹੋਏ ਨੇ, ਤਾਂ ਉਹਨਾਂ ਦੇ ਬਾਰੇ ਦੱਸਿਆ ਗਿਆ। ਕਹਿੰਦੇ ਜਿਹੜਾ ਟਾਈਕੂਨ ਹੁੰਦਾ ਨਾ, ਉਹ ਟਾਈਕੂਨ ਦਾ ਮਤਲਬ ਹੁੰਦਾ ਹੈ ਜੀ ਇੱਕ ਵੱਡਾ ਬਿਜ਼ਨਸਮੈਨ ਹੈ ਜਿਹਦਾ ਬਹੁਤ ਜ਼ਿਆਦਾ ਵੱਡਾ ਬਿਜ਼ਨਸ ਹੈ, ਤਾਂ ਉਸਨੂੰ ਅਸੀਂ ਟਾਈਕੂਨ ਕਹਿੰਦੇ ਹਾਂ। ਕਹਿੰਦੇ ਇੱਕ ਜਿਹੜਾ ਟਾਈਕੂਨ ਹੈ ਉਹ ਸਫਲ ਇਸ ਲਈ ਹੁੰਦਾ ਹੈ ਕਿਉਂਕਿ ਉਹ ਕੁਇਕ ਡਿਸੀਜ਼ਨ ਲੈ ਸਕਦਾ ਹੈ, ਉਹ ਫਟਾਫਟ ਫੈਸਲੇ ਲੈ ਸਕਦਾ ਹੈ। ਕਿਉਂਕਿ ਬਿਜ਼ਨਸ 'ਚ ਤਾਂ ਬੱਚੇ ਉਹ ਫੈਸਲੇ ਲੈਣੇ ਪੈਂਦੇ ਨੇ। ਜੇ ਤੁਸੀਂ ਬਿਜ਼ਨਸ 'ਚ ਕੁਇਕ ਡਿਸੀਜ਼ਨਸ ਨਹੀਂ ਲਓਗੇ, ਜਲਦੀ ਫੈਸਲੇ ਨਹੀਂ ਲਓਗੇ, ਤਾਂ ਬਿਜ਼ਨਸ ਦਾ ਤਾਂ ਪੱਠਾ ਬੈਠ ਹੀ ਜਾਣਾ। ਹੀ ਕੈਨ ਵਰਕ ਐਂਡਲੈਸਲੀ। ਤਾਂ ਦੂਸਰੀ ਕੁਆਲਿਟੀ ਸ਼ੀਲਾ ਕਲਾਊਡ ਨੇ ਇਹ ਦੇਖੀ ਕਿ ਉਹ ਅਥਾਹ ਮਿਹਨਤ ਕਰ ਸਕਦੇ ਨੇ। ਹੀ ਕੈਨ ਵਰਕ ਐਂਡਲੈਸਲੀ। ਐਂਡਲੈਸਲੀ ਦਾ ਮਤਲਬ ਅਥਾਹ, ਇੰਨੀ ਜ਼ਿਆਦਾ ਉਹਨਾਂ 'ਚ ਐਨਰਜੀ ਹੈ ਕਿ ਉਹ ਸਾਰਾ ਦਿਨ ਰਾਤ ਕੰਮ ਕਰੀ ਜਾਂਦੇ ਨੇ ਉਹ ਬਿਜ਼ਨਸ 'ਚ। ਹੀ ਸਟੈਂਡਸ ਬਾਏ ਹਿਸ ਡਿਸੀਜ਼ਨ। ਸਕਸੈਸਫੁਲ ਟਾਈਕੂਨ ਦੀ ਸ਼ੀਲਾ ਕਲਾਊਡ ਨੇ ਇਹ ਵੀ ਕੁਆਲਿਟੀ ਦੱਸੀ ਹੈ ਕਿ ਉਹ ਆਪਣੇ ਡਿਸੀਜ਼ਨ ਤੇ ਕਾਇਮ ਰਹਿੰਦੇ ਨੇ। ਨੋ ਸਟੈਂਡ ਬਾਏ ਦਾ ਮਤਲਬ ਹੁੰਦਾ ਬੱਚਿਓ ਕਾਇਮ ਰਹਿਣਾ। ਕੋਈ ਆਪਾਂ ਫੈਸਲਾ ਲੈ ਲਿਆ ਤੇ ਆਪਾਂ ਉਸ ਫੈਸਲੇ ਤੇ ਫਿਰ ਖੜਨਾ ਹੈ। ਇਹ ਨਹੀਂ ਹੈ ਕਿ ਮਾੜਾ ਮੋਟਾ ਬਿਜ਼ਨਸ 'ਚ ਘਾਟਾ ਪੈਣ ਲੱਗਿਆ ਤੇ ਆਪਾਂ ਸੋਚਣ ਲੱਗ ਜਾਈਏ ਕਿ ਹਾਂ ਭਾਈ ਇਹ ਤਾਂ ਮੈਂ ਜਿਹੜਾ ਫੈਸਲਾ ਲਿਆ ਸੀ ਇਹ ਤਾਂ ਗਲਤ ਹੋ ਗਿਆ, ਇਹ ਤਾਂ ਮੈਨੂੰ ਐ ਲੈਣਾ ਚਾਹੀਦਾ ਸੀਗਾ। ਇਸ ਤਰ੍ਹਾਂ ਨਹੀਂ ਹੋ ਸਕਦਾ। ਇੱਕ ਵਾਰੀ ਤੁਸੀਂ ਡਿਸੀਜ਼ਨ ਲੈਣ ਲਈ ਟਾਈਮ ਲਓ, ਪਰ ਜਦੋਂ ਤੁਸੀਂ ਇੱਕ ਵਾਰੀ ਡਿਸੀਜ਼ਨ ਲੈ ਲਿਆ ਤੇ ਫਿਰ ਤੁਹਾਨੂੰ ਆਪਣੇ ਡਿਸੀਜ਼ਨ ਤੇ ਸਟੈਂਡ ਬਾਈ ਰਹਿਣਾ ਪਊਗਾ, ਉਸ ਤੇ ਕਾਇਮ ਰਹਿਣਾ ਪਊਗਾ। ਹੀ ਡਜ਼ ਨਾਟ ਬਲੇਮ ਅਦਰਸ ਫॉर ਹਿਸ ਫੇਲੀਅਰਸ। ਅਤੇ ਜੇਕਰ ਉਹ ਫੈਸਲਾ ਲੈ ਕੇ ਵਪਾਰ 'ਚ ਘਾਟਾ ਪੈ ਜਾਂਦਾ ਹੈ, ਉਹ ਅਸਫਲ ਹੋ ਜਾਂਦਾ ਹੈ। ਫੇਲੀਅਰ ਦਾ ਮਤਲਬ ਇੱਥੇ ਹੁੰਦੀ ਹੈ ਅਸਫਲਤਾ। ਜੇਕਰ ਉਸ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ, ਫਿਰ ਉਹ ਦੂਜਿਆਂ ਨੂੰ ਬਲੇਮ ਨਹੀਂ ਕਰਦਾ ਉਸ ਅਸਫਲਤਾ ਲਈ। ਬਲੇਮ ਦਾ ਮਤਲਬ ਹੁੰਦਾ ਹੈ ਦੋਸ਼ ਦੇਣਾ, ਕਿ ਉਹ ਫਿਰ ਦੂਜਿਆਂ ਨੂੰ ਦੋਸ਼ ਨਹੀਂ ਦਿੰਦਾ, ਜਿਹੜਾ ਇੱਕ ਵਧੀਆ ਲੀਡਰ ਹੁੰਦਾ ਹੈ। ਕਿਉਂਕਿ ਫੈਸਲਾ ਤਾਂ ਉਹਨੇ ਖੁਦ ਲਿਆ ਨਾ ਬਿਜ਼ਨਸ 'ਚ, ਉਹਨੂੰ ਫੈਸਲਾ ਲੈ ਕੇ ਉਹਨੂੰ ਘਾਟਾ ਪੈ ਗਿਆ, ਤਾਂ ਫਿਰ ਉਹਦਾ ਬਲੇਮ, ਉਹਦਾ ਦੋਸ਼ ਉਹ ਦੂਜਿਆਂ ਨੂੰ ਨਹੀਂ ਦਿੰਦਾ ਕਿ ਮੇਰਾ ਤਾਂ ਕੋਈ ਕਸੂਰ ਨਹੀਂ ਜੀ, ਇਹ ਤਾਂ ਉਹਨਾਂ ਦਾ ਕਸੂਰ ਹੈ, ਇਸ ਕਰਕੇ ਮੈਨੂੰ ਬਿਜ਼ਨਸ 'ਚ ਘਾਟਾ ਪੈ ਗਿਆ। ਤਾਂ ਐਵੇਂ ਨਹੀਂ ਹੁੰਦਾ। ਇਹ ਸਾਰੀਆਂ ਗੱਲਾਂ ਇੱਕ ਸਕਸੈਸਫੁਲ ਟਾਈਕੂਨ ਦੀਆਂ ਹੁੰਦੀਆਂ ਨੇ ਜੀ। ਇਹ 3 ਗੱਲਾਂ, ਮੇਨ ਗੱਲਾਂ ਜਿਹੜੀਆਂ ਸ਼ੀਲਾ ਕਲਾਊਡ ਨੇ ਦੱਸੀਆਂ ਨੇ, ਕਿ ਉਹ ਐਂਡਲੈਸ ਕੰਮ ਕਰ ਸਕਦੇ ਨੇ, ਆਪਣੇ ਡਿਸੀਜ਼ਨ ਤੇ ਸਟੈਂਡ ਬਾਈ ਰਹਿੰਦੇ ਨੇ, ਅਤੇ ਉਹ ਕੁਇਕ ਡਿਸੀਜ਼ਨ ਲੈ ਸਕਦੇ ਨੇ। ਤਾਂ ਇਹ 3 ਕੁਆਲਿਟੀਜ਼ ਸ਼ੀਲਾ ਕਲਾਊਡ ਨੇ ਆਪਣੇ ਆਰਟੀਕਲ ਵੀਕਲੀ ਸਕਾਟਸਮੈਨ 'ਚ ਲਿਖੀਆਂ ਸੀ। ਵੀ ਸ਼ੁੱਡ ਸੇ ਓਨਲੀ ਦਾ ਰਾਈਟ ਥਿੰਗ ਇਨ ਆਵਰ ਐਡਵਾਈਸ। ਅੱਛਾ, ਫਿਰ ਚੈਪਟਰ ਦੇ ਐਂਡ ਦੇ ਵਿੱਚ ਨਾ
ਆਥਰ ਸਾਨੂੰ ਇਹ ਦੱਸਦਾ ਹੈ ਕਿ ਜੇਕਰ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ ਤਾਂ ਸਾਨੂੰ ਹਮੇਸ਼ਾ ਸਲਾਹ ਸਹੀ ਦੇਣੀ ਚਾਹੀਦੀ ਹੈ, ਚਾਹੇ ਉਹ ਸਲਾਹ ਉਸ ਬੰਦੇ ਨੂੰ ਪਸੰਦ ਆਵੇ ਚਾਹੇ ਨਾ ਆਵੇ, ਸਲਾਹ ਸਹੀ ਦਿਓ। ਤਾਂ ਇਹੀ ਇੱਥੇ ਗੱਲ ਲਿਖੀ ਹੋਈ ਹੈ ਕਿ ਸਾਨੂੰ ਹਮੇਸ਼ਾ ਸਹੀ ਗੱਲ ਆਪਣੀ ਐਡਵਾਈਸ ਦੇ ਵਿੱਚ ਕਹਿਣੀ ਚਾਹੀਦੀ ਹੈ, ਆਪਣੀ ਸਲਾਹ ਦੇ ਵਿੱਚ ਕਹਿਣੀ ਚਾਹੀਦੀ ਹੈ। ਨਾਓ ਇੱਥੇ ਐਡਵਾਈਸ ਦੇ ਬੱਚਿਓ ਸਪੈਲਿੰਗ ਦੇਖੋ, ਇੱਥੇ ਐਡਵਾਈਸ ਦੇ ਸਪੈਲਿੰਗ ਨੇ ADVICE। ਆਮ ਤੌਰ ਤੇ ਜੇ ਤੁਸੀਂ ਐਡਵਾਈਸ ਦੇ ਸਪੈਲਿੰਗ ਦੇਖੋ ਤਾਂ ਇਹ ਵਾਲੇ ਸਪੈਲਿੰਗ ਵੀ ਪਏ ਹੁੰਦੇ ਨੇ, ਤਾਂ ਸੀ ਦੀ ਥਾਂ ਤੇ ਕਈ ਵਾਰੀ ਐਸ ਪਈ ਹੁੰਦੀ ਹੈ। ਤਾਂ ਤੁਹਾਨੂੰ ਇੱਥੇ ਪਤਾ ਹੋਣਾ ਚਾਹੀਦਾ ਬੱਚਿਓ ਕਿ ਜਿਹੜੀ ਐਡਵਾਈਸ ਹੁੰਦੀ ਹੈ ਐਸ ਵਾਲੀ, ਇਟਸ ਅ ਵਰਬ। ਐਡਵਾਈਜ਼, ਐਡਵਾਈਜ਼ਡ, ਐਡਵਾਈਜ਼ਡ, ਉੱਥੇ ਐਸ ਪੈਂਦੀ ਹੈ। ਪਰ ਜਦੋਂ ਆਪਾਂ ਇਸ ਨੂੰ ਐਜ਼ ਅ ਨਾਊਨ ਯੂਜ਼ ਕਰਦੇ ਹਾਂ ਤਾਂ ਆਪਾਂ ਉੱਥੇ ਸੀ ਪਾਣੀ ਹੈ। ਤਾਂ ਇੱਥੇ ਆਪਾਂ ਇਸ ਨੂੰ ਨਾਊਨ ਦੇ ਤੌਰ ਤੇ ਯੂਜ਼ ਕੀਤਾ ਹੈ। ਤਾਂ ਸਾਨੂੰ ਹਮੇਸ਼ਾ ਆਪਣੀ ਸਲਾਹ ਦੇ ਵਿੱਚ ਸਹੀ ਗੱਲ ਕਹਿਣੀ ਚਾਹੀਦੀ ਹੈ। ਅੱਛਾ, ਤੇ ਐਂਡ ਦੇ ਵਿੱਚ ਬੱਚਿਓ ਲੇਖਕ ਨੇ ਕੁਝ ਐਗਜ਼ਾਮਪਲਸ ਦਿੱਤੀਆਂ ਨੇ, ਜਿਸ ਦੇ ਵਿੱਚ ਉਸਨੇ ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਇਨਸਾਨ ਬੜੇ ਹੀ ਛੋਟੇ ਪਦਵੀ ਤੋਂ ਸ਼ੁਰੂ ਹੋਏ, ਲੇਕਿਨ ਜਦੋਂ ਉਹ ਰਿਟਾਇਰਮੈਂਟ ਤੇ ਗਏ ਉਹ ਕਿੰਨੀ ਉੱਚੀ ਪਦਵੀ ਤੇ ਪਹੁੰਚੇ। ਪੋਸਟਮੈਨ ਦੀ ਵੀ ਗੱਲ ਹੋਈ ਹੈ, ਇੱਕ ਪੁਲਿਸਮੈਨ ਦੀ ਵੀ ਗੱਲ ਹੋਈ ਹੈ। ਤਾਂ ਇਸੇ ਤਰ੍ਹਾਂ ਸਾਡੇ ਇੱਕ ਇੰਡੀਆ ਦੇ ਬਹੁਤ ਹੀ ਪ੍ਰੋਮੀਨੈਂਟ ਫਿਗਰ ਦੀ ਗੱਲ ਹੋਈ ਹੈ ਜੀ, ਬਿਲਕੁਲ ਲਾਸਟ ਦੇ ਵਿੱਚ ਉਹਨਾਂ ਦਾ ਨਾਮ ਹੈ ਜੀ ਮਿਸਟਰ VP ਮੈਨਨ। ਤਾਂ ਅਗਲੀਆਂ ਲਾਈਨਸ ਉਹਨਾਂ ਬਾਰੇ ਨੇ। ਤਾਂ ਮਿਸਟਰ VP ਮੈਨਨ ਵਾਜ਼ ਅ ਕਲਰਕ। ਤਾਂ ਉਹ ਇੱਕ ਕਲਰਕ ਸੀਗੇ ਜੀ, ਸਿੰਪਲ ਕਲਰਕ। ਦਿੱਲੀ ਦੇ ਵਿੱਚ ਸੈਕਟਰੀਏਟ ਦੇ ਵਿੱਚ ਉਹ ਇੱਕ ਕਲਰਕ ਸੀ। ਬਟ ਹੀ ਵਰਕਡ ਵੈਰੀ ਹਾਰਡ, ਪਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕੀਤੀ। ਹੀ ਬਿਕੇਮ ਦੀ ਸੈਕਟਰੀ ਆਫ ਮਿਨਿਸਟਰੀ ਆਫ ਸਟੇਟਸ। ਤਾਂ ਉਹ ਮਿਨਿਸਟਰੀ ਆਫ ਸਟੇਟਸ ਦੇ ਸੈਕਟਰੀ ਵੀ ਬਣੇ। ਦੇਖੋ ਕਲਰਕ ਤੋਂ ਉਹ ਐਡੀ ਵੱਡੀ ਪੋਸਟ ਤੇ ਪਹੁੰਚ ਗਏ ਕਿ ਇੱਕ ਮਿਨਿਸਟਰੀ ਦੇ ਸਕੱਤਰ ਬਣ ਗਏ ਜੀ ਉਹ। ਹੀ ਆਲਸੋ ਬਿਕੇਮ ਦੀ ਗਵਰਨਰ ਆਫ ਕੇਰਲਾ। ਅਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹ ਕੇਰਲਾ ਦੇ ਗਵਰਨਰ ਵੀ ਬਣੇ। ਤਾਂ ਦੇਖੋ ਗਵਰਨਰ ਦੀ ਤਾਂ ਉਪਾਧੀ ਬੱਚਿਓ ਬਹੁਤ ਹੀ ਵੱਡੀ ਹੁੰਦੀ ਹੈ। ਤਾਂ ਉਹਨਾਂ ਦੀ ਲਾਈਫ ਤੋਂ ਸਾਨੂੰ ਦੇਖੋ ਕਿੰਨੀ ਜ਼ਿਆਦਾ ਇੰਸਪੀਰੇਸ਼ਨ ਮਿਲਦੀ ਹੈ ਕਿ ਬੰਦਾ ਜੇ ਚਾਹੇ ਮਿਹਨਤ ਕਰੇ ਤਾਂ ਉਹ ਕਿੱਥੇ ਤੋਂ ਕਿੱਥੇ ਪਹੁੰਚ ਸਕਦਾ ਹੈ। ਤਾਂ ਐਂਡ ਦੇ ਵਿੱਚ ਅਸੀਂ ਇਹੀ ਕਹਾਂਗੇ ਕਿ ਦਿਸ ਚੈਪਟਰ ਇਜ਼ ਬੋਥ ਐਜੂਕੇਟਿਵ ਐਂਡ ਇੰਸਪੀਰੇਸ਼ਨਲ, ਕਿ ਇਹ ਜਿਹੜਾ ਪਾਠ ਹੈ ਇਹ ਸਾਡਾ ਗਿਆਨ ਤਾਂ ਵਧਾਉਂਦਾ ਹੀ ਹੈ, ਐਜੂਕੇਟਿਵ ਤਾਂ ਇਹ ਹੈ ਹੀ, ਸਾਨੂੰ ਗਿਆਨ ਦਿੰਦਾ ਹੈ, ਅਤੇ ਨਾਲ ਹੀ ਸਾਨੂੰ ਇੰਸਪਾਇਰ ਕਰਦਾ ਹੈ। ਇੰਸਪੀਰੇਸ਼ਨਲ ਦਾ ਮਤਲਬ ਇਹ ਸਾਨੂੰ ਪ੍ਰੇਰਨਾ ਵੀ ਦਿੰਦਾ ਹੈ ਕਿ ਇਹ ਚੈਪਟਰ ਪ੍ਰੇਰਨਾਦਾਇਕ ਵੀ ਹੈ। ਤਾਂ ਉਮੀਦ ਹੈ ਸਟੂਡੈਂਟਸ ਕਿ ਤੁਹਾਨੂੰ ਇਹ ਲੌਂਗ ਆਨਸਰ ਟਾਈਪ ਕੁਐਸਚਨ ਇਸ ਚੈਪਟਰ ਦਾ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਇਸ ਚੈਪਟਰ ਦੇ ਬਣਾਏ ਹੋਏ ਵੀਡੀਓਜ਼ ਦੇ ਲਿੰਕ ਇੱਕ ਵਾਰ ਫੇਰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਕਿਸੇ ਹੋਰ ਚੈਪਟਰ ਨੂੰ ਡਿਸਕਸ ਕਰਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।